ਹੈਲੋ ਸਟੂਡੈਂਟਸ, ਵੈਲਕਮ ਬੈਕ ਆਵਰ YouTube ਚੈਨਲ। ਅੱਜ ਦੀ ਕਲਾਸ ਆਪਾਂ ਕਰਾਂਗੇ ਭਾਰਤੀ ਸੰਸਦ ਦੇ ਨਾਲ ਰਿਲੇਟਡ। ਤੇ ਅੱਜ ਦੀ ਸੰਸਦ ਦੇ ਨਾਲ ਰਿਲੇਟਡ ਕੁਝ ਕੁਐਸਚਨ ਇੰਪੋਰਟੈਂਟ ਕੁਐਸਚਨ ਆਏ ਨੇ ਐਗਜ਼ਾਮ ਦੇ ਵਿੱਚ, ਉਹਨਾਂ ਬਾਰੇ ਆਪਾਂ ਗੱਲ ਕਰਦੇ ਹਾਂ। ਫਸਟ ਕੁਐਸਚਨ ਹੈ, ਸੰਸਦ ਦੇ ਵਿੱਚ ਸ਼ਾਮਲ ਹੈ ਤਾਂ ਰਾਸ਼ਟਰਪਤੀ, ਲੋਕ ਸਭਾ ਤੇ ਰਾਜ ਸਭਾ, ਲੋਕ ਸਭਾ ਤੇ ਰਾਜ ਸਭਾ, ਲੋਕ ਸਭਾ ਵਿਧਾਨ ਸਭਾ, ਵਿਧਾਨ ਸਭਾ ਤੇ ਵਿਧਾਨ ਪ੍ਰੀਸ਼ਦ ਜਾਂ ਫਿਰ ਲੋਕ ਸਭਾ। ਤਾਂ ਦੇਖੋ ਜਿਹੜਾ ਸਾਡਾ ਪਾਰਲੀਮੈਂਟ ਹੈ ਸਾਡੀ, ਤਾਂ ਇਹਦੇ ਵਿੱਚ ਲੋਕ ਸਭਾ, ਰਾਜ ਸਭਾ ਤੇ ਪ੍ਰੈਜ਼ੀਡੈਂਟ ਵੀ ਸ਼ਾਮਲ ਹੁੰਦਾ ਇਹਦੇ ਵਿੱਚ। ਆਰਟੀਕਲ ਨੰਬਰ 79 ਦੇ ਤਹਿਤ ਇਹਦਾ ਵਰਣਨ ਕੀਤਾ ਗਿਆ ਹੈ। ਲੋਕ ਸਭਾ ਤੇ ਰਾਜ ਸਭਾ ਬਿੱਲ ਪਾਸ ਕਰਦੀਆਂ ਨੇ, ਉਸ ਬਿੱਲ ਦੇ ਉੱਪਰ ਸਾਈਨ ਕੌਣ ਕਰਦਾ ਹੈਗਾ? ਸਾਡਾ ਰਾਸ਼ਟਰਪਤੀ ਕਰਦਾ, ਆਰਟੀਕਲ ਨੰਬਰ 111 ਦੀ ਵਰਤੋਂ ਕਰਦਾ ਹੋਇਆ। ਤਾਂ ਇਸ ਕਰਕੇ ਰਾਸ਼ਟਰਪਤੀ ਇਜ਼ ਅ ਵੈਰੀ ਇੰਪੋਰਟੈਂਟ ਪਾਰਟ ਆਫ ਇੰਡੀਅਨ ਪਾਰਲੀਮੈਂਟ। ਸੈਕੰਡ ਕੁਐਸਚਨ ਦੇਖਦੇ ਹਾਂ, ਵਿਧਾਨ ਪਾਲਿਕਾ ਦਾ ਮੁੱਖ ਕੰਮ ਕੀ ਹੈ? ਜਿਹੜੀ ਵਿਧਾਨ ਪਾਲਿਕਾ ਹੁੰਦੀ ਹੈ, ਵਿਧਾਨ ਪਾਲਿਕਾ ਦਾ ਮੇਨ ਕੰਮ ਕੀ ਹੁੰਦਾ ਇੱਥੇ? ਵਿਧਾਨ ਪਾਲਿਕਾ ਦਾ ਮੇਨ ਕੰਮ ਹੈ ਜੀ ਕਾਨੂੰਨਾਂ ਦਾ ਨਿਰਮਾਣ ਕਰਨਾ। ਸਾਡੀ ਕੇਂਦਰ ਦੇ ਵਿੱਚ ਲੋਕ ਸਭਾ ਤੇ ਰਾਜ ਸਭਾ ਸਾਡੀਆਂ ਵਿਧਾਨ ਪਾਲਿਕਾਵਾਂ ਨੇ, ਤੇ ਰਾਜਾਂ ਦੇ ਵਿੱਚ ਵਿਧਾਨ ਸਭਾ ਤੇ ਵਿਧਾਨ ਪਰਿਸ਼ਦ ਸਾਡੀਆਂ ਵਿਧਾਨ ਪਾਲਿਕਾਵਾਂ ਨੇਗੀਆਂ। ਦੋ ਸਦਨੀ ਵਿਧਾਨ ਸਭਾ, ਇੱਥੇ ਵਿਧਾਨ ਸਭਾ ਨਹੀਂ ਪਾਲਿਕਾ ਹੋਊਗਾ। ਵਿਧਾਨ ਪਾਲਿਕਾ ਦਾ ਕੀ ਅਰਥ ਹੈ? ਤਾਂ ਦੋ ਸਦਨੀ ਵਿਧਾਨ ਪਾਲਿਕਾ ਕੀ ਹੁੰਦੀ ਹੈ ਜੀ? ਜਿਹਦੇ ਵਿੱਚ ਦੋ ਸਦਨ ਹੁੰਦੇ ਨੇ, ਇੱਕ ਉੱਪਰਲਾ ਸਦਨ ਹੁੰਦਾ ਹੈ ਤੇ ਇੱਕ ਹੇਠਲਾ ਸਦਨ ਹੁੰਦਾ। ਜਿਵੇਂ ਕੇਂਦਰ ਦੇ ਵਿੱਚ ਉੱਪਰਲਾ ਸਦਨ ਕੌਣ ਹੈ? ਰਾਜ ਸਭਾ, ਤੇ ਹੇਠਲਾ ਸਦਨ ਕਿਹੜਾ ਹੈਗਾ? ਲੋਕ ਸਭਾ ਹੈ। ਚੌਥਾ ਕੁਐਸਚਨ ਦੇਖਦੇ ਹਾਂ, ਭਾਰਤ ਦੇ ਸੰਸਦੀ ਢਾਂਚੇ ਵਿੱਚ ਦੋ ਗੈਰ ਸਥਾਈ ਸਦਨਾਂ, ਮਤਲਬ ਦੋ ਗੈਰ ਸਥਾਈ ਸਦਨ ਕੇਂਦਰ 'ਚ ਕੌਣ ਹੈ? ਰਾਜ ਸਭਾ, ਤੇ ਰਾਜਾਂ ਦੇ ਵਿੱਚ ਕੌਣ ਹੈ? ਵਿਧਾਨ ਪਰਿਸ਼ਦ ਹੈ। ਤੇ ਫਿਰ ਗੈਰ ਸਥਾਈ ਕਿਹੜਾ ਹੋਇਆ? ਲੋਕ ਸਭਾ, ਤੇ ਇੱਥੇ ਹੋ ਗਈ ਸਾਡੀ ਵਿਧਾਨ ਸਭਾ, ਕਿਉਂਕਿ ਇਹ ਸਥਾਈ ਨਹੀਂ ਹੁੰਦੇ। ਇਹਨਾਂ ਨੂੰ ਬਾਅਦ ਦੇ ਵਿੱਚ 5 ਸਾਲਾਂ ਬਾਅਦ ਜਾਂ ਜਿਹੜਾ ਵੀ ਇਹਨਾਂ ਦਾ ਕਾਰਜਕਾਲ ਹੁੰਦਾ, ਆਪਣੇ ਕਾਰਜਕਾਲ ਦੇ ਦੌਰਾਨ ਜਾਂ ਫਿਰ ਕਾਰਜਕਾਲ ਤੋਂ ਪਹਿਲਾਂ ਵੀ ਇਹ ਭੰਗ ਹੋ ਸਕਦੇ ਨੇ। ਤਾਂ ਕਿਹੜੇ ਕਿਹੜੇ ਇੱਥੇ? ਲੋਕ ਸਭਾ ਤੇ ਵਿਧਾਨ ਸਭਾ। ਫਿਫਥ ਕੁਐਸਚਨ ਦੇਖਦੇ ਹਾਂ, ਭਾਰਤ ਵਿੱਚ ਸੰਸਦ ਦੀ ਇਮਾਰਤ ਨੂੰ ਕੀ ਕਹਿੰਦਾ? ਸਿੰਪਲ ਹੈ, ਦੇਖੋ ਸੰਸਦ ਭਵਨ ਕਿਹਾ ਜਾਂਦਾ ਇਹਨੂੰ, ਠੀਕ ਹੈ। 6 ਨੰਬਰ ਕੁਐਸਚਨ, ਭਾਰਤ ਦੀ ਸੰਸਦ ਦੇ ਲੋਕ ਸਭਾ ਸਦਨ ਨੂੰ ਕੀ ਕਹਿੰਦਾ? ਹੇਠਲਾ ਸਦਨ ਹੈ ਜਾਂ ਉੱਪਰਲਾ? ਤਾਂ ਉੱਪਰਲਾ, ਹੇਠਲਾ, ਉੱਚ, ਖੱਬਾ ਜਾਂ ਸੱਜਾ? ਤਾਂ ਇਹਨੂੰ ਅਸੀਂ ਕਹਿੰਦੇ ਹਾਂ ਹੇਠਲਾ ਸਦਨ। ਸਾਡੇ ਜਿਹੜੀ ਰਾਜ ਸਭਾ ਹੈ ਉਹਨੂੰ ਅਸੀਂ ਉੱਪਰਲਾ ਸਦਨ ਕਹਿ ਦਿੰਦੇ, ਅਸੀਂ ਹੇਠਲਾ ਸਦਨ ਆਖ ਦਿੰਦੇ ਹਾਂ। 7ਵਾਂ ਕੁਐਸਚਨ ਹੈ, ਕੌਣ ਰਾਜ ਸਭਾ ਨੂੰ ਭੰਗ ਕਰ ਸਕਦਾ ਹੈ? ਰਾਜ ਸਭਾ ਦਾ ਚੇਅਰਮੈਨ, ਰਾਸ਼ਟਰਪਤੀ, ਸੰਸਦ ਦਾ ਸੰਯੁਕਤ ਸਦਨ, ਇਹਨਾਂ ਵਿੱਚੋਂ ਕੋਈ ਨਹੀਂ। ਹੁਣ ਦੇਖੋ ਜਿਹੜੀ ਸਾਡੀ ਰਾਜ ਸਭਾ ਹੈ, ਤਾਂ ਸਾਨੂੰ ਪਤਾ ਹੈ ਵੀ ਸਾਡਾ ਇੱਕ ਸਥਾਈ ਸਦਨ ਹੈ, ਇਸ ਕਰਕੇ ਕਦੇ ਭੰਗ ਨਹੀਂ ਹੁੰਦੀ। ਇਹਦਾ ਆਨਸਰ ਆਊਗਾ ਜੀ 4th। ਰਾਜ ਸਭਾ ਨੂੰ ਭੰਗ ਕੀਤਾ ਜਾ ਸਕਦਾ ਹੈ ਹਰੇਕ 5 ਸਾਲਾਂ ਬਾਅਦ, 6 ਸਾਲਾਂ ਬਾਅਦ, ਪ੍ਰਧਾਨ ਮੰਤਰੀ ਸਲਾਹ ਤੇ ਇਹਨਾਂ ਵਿੱਚੋਂ ਕੋਈ ਨਹੀਂ। ਹੁਣ ਦੇਖੋ ਬਿਲਕੁਲ ਸੇਮ ਕੁਐਸਚਨ ਸੀਗਾ, ਤੇ ਇਹਦਾ ਆਨਸਰ ਵੀ ਬਿਲਕੁਲ ਸੇਮ ਹੋ ਜਾਊਗਾ। ਉਪਰੋਕਤ ਵਿੱਚੋਂ ਕੋਈ ਨਹੀਂ, ਕਿਉਂਕਿ ਰਾਜ ਸਭਾ ਕਦੇ ਭੰਗ ਨਹੀਂ ਹੁੰਦੀ। ਰਾਜ ਸਭਾ ਇੱਕ ਸਥਾਈ ਸਦਨ ਹੈ। ਰਾਜ ਸਭਾ ਦੇ ਮੈਂਬਰਾਂ ਦੀ ਕੁੱਲ ਗਿਣਤੀ ਕਿੰਨੀ ਹੈ? 270, 260, 250, 250 ਤੇ 280। ਹੁਣ ਸਾਨੂੰ ਪਤਾ ਵੀ 238 ਮੈਂਬਰ ਤਾਂ ਇਹਦੇ ਚੁਣੇ ਜਾਂਦੇ ਨੇ, ਚਾਹੇ ਇੰਟਰੈਕਟ ਤਰੀਕੇ ਨਾਲ ਚਾਹੇ ਡਾਇਰੈਕਟ, ਠੀਕ ਹੈ। ਤਾਂ ਇੰਟਰੈਕਟ ਤਰੀਕੇ ਨਾਲ ਚੁਣੇ ਜਾਂਦੇ ਨੇ, ਤੇ 12 ਮੈਂਬਰਾਂ ਨੂੰ ਰਾਸ਼ਟਰਪਤੀ ਨੋਮੀਨੇਟ ਕਰਦਾ ਹੈ, ਠੀਕ ਹੈ। ਤਾਂ ਕੁੱਲ ਹੋ ਗਏ 250। ਇਹਦੇ ਅਕੋਰਡਿੰਗ ਆਨਸਰ ਬਣੂਗਾ 250। ਪਰ ਕਈ ਵਾਰ ਕੁਐਸਚਨ ਆ ਜਾਂਦਾ ਹੈ ਵੀ ਇਹਨਾਂ ਵਿੱਚੋਂ ਜੇ ਮੰਨ ਲਓ 250 ਨਾ ਹੋਇਆ ਤਾਂ 245 ਹੋਊਗਾ। ਉਹਦਾ ਕਾਰਨ ਇਹ ਹੈ ਵੀ ਵਰਤਮਾਨ ਦੇ ਵਿੱਚ 245 ਹੁੰਦੇ ਨੇ, ਤਾਂ 233 + 12, 233 + 12 ਦਾ ਮਤਲਬ ਵੀ ਲੋਕਾਂ ਦੁਆਰਾ ਚੁਣੇ ਗਏ ਨੇ, ਤੇ 12 ਬੰਦੇ ਨਾਮਜ਼ਦ ਕੀਤੇ ਗਏ ਨੇ ਰਾਸ਼ਟਰਪਤੀ ਵੱਲੋਂ। ਤੇ ਇਹਦਾ ਆਨਸਰ ਆਊਗਾ ਸਾਡਾ 250। 10th ਨੰਬਰ ਕੁਐਸਚਨ, ਸੰਘ, ਰਾਜ, ਖੇਤਰ ਅਤੇ ਰਾਜਾਂ ਨੂੰ ਮਿਲਾ ਕੇ ਰਾਜ ਸਭਾ ਵਿੱਚ ਕੁੱਲ ਮੈਂਬਰਾਂ ਦੀ ਸੰਖਿਆ ਕਿੰਨੀ ਹੈ? ਹੁਣ ਦੇਖੋ ਇਹਦਾ ਵਰਣਨ ਕੀਤਾ ਗਿਆ ਰਾਜਾਂ ਦੇ ਵਿੱਚ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਚ ਕਿੰਨੇ ਰਾਜ ਸਭਾ ਮੈਂਬਰ ਹੋਣਗੇ। ਤਾਂ ਇਹਦਾ ਵਰਣਨ ਕੀਤਾ ਗਿਆ ਸਾਡੇ 4th ਸ਼ਡਿਊਲ ਦੇ ਵਿੱਚ। 4th ਸ਼ਡਿਊਲ ਕੀ ਕਹਿੰਦਾ ਹੈ? 4th ਸ਼ਡਿਊਲ ਦੇ ਵਿੱਚ ਕਿਹੜੇ ਰਾਜ ਦੇ ਵਿੱਚ ਕਿੰਨੇ ਹੋਣਗੇ, ਯੂਟੀਜ਼ ਦੇ ਵਿੱਚ ਕਿੰਨੇ ਹੋਣਗੇ? ਤਾਂ ਸਿਰਫ 3 ਯੂਟੀਜ਼ ਨੇ ਜਿਨ੍ਹਾਂ ਦੇ ਵਿੱਚੋਂ ਰਾਜ ਸਭਾ ਮੈਂਬਰ ਚੁਣੇ ਜਾਂਦੇ ਨੇ, ਦਿੱਲੀ, ਪੁਡੁਚੇਰੀ ਤੇ ਜੰਮੂ ਐਂਡ ਕਸ਼ਮੀਰ, ਠੀਕ ਹੈ। ਬਾਕੀ ਜਿਹੜੇ 5 ਯੂਟੀਜ਼ ਨੇ ਉਹਨਾਂ ਦੇ ਵਿੱਚੋਂ ਮੈਂਬਰ ਨਹੀਂ ਚੁਣੇ ਜਾਂਦੇ ਰਾਜ ਸਭਾ ਦੇ। ਤਾਂ ਕੁੱਲ ਮੈਂਬਰ ਕਿੰਨੇ ਹੈ? 238 ਮੈਂਬਰ ਇਹਦੇ ਵਿੱਚ। ਇਹਦਾ ਆਨਸਰ ਆਊਗਾ 238 ਟੋਟਲ ਮਿਲਾ ਕੇ, ਠੀਕ ਹੈ ਜੀ। 12 ਬੰਦੇ ਜਿਹੜੇ ਨੇ ਉਹ ਨਾਮਜ਼ਦ ਕੀਤੇ ਜਾਂਦੇ ਨੇ। ਰਾਜ ਸਭਾ ਦੇ ਮੈਂਬਰਾਂ ਦੀ ਸੇਵਾ ਮੁਕਤੀ ਉਮਰ ਕਿੰਨੀ ਹੈ? 2, 4, 5 ਜਾਂ 6 ਸਾਲ। ਤੇ ਇਹਦਾ ਆਨਸਰ ਆਊਗਾ ਜੀ 6 ਸਾਲ। ਜਿਹੜੇ 1/3 ਮੈਂਬਰ ਨੇ ਹਰ 2 ਸਾਲਾਂ ਬਾਅਦ ਕੀ ਹੋ ਜਾਂਦੇ ਨੇ? ਇਹ ਰਿਟਾਇਰ ਹੋ ਜਾਂਦੇ ਨੇ। 12 ਨੰਬਰ ਕੁਐਸਚਨ, ਰਾਜ ਸਭਾ ਦਾ ਮੈਂਬਰ ਬਣਨ ਲਈ ਕਿਸੇ ਵਿਅਕਤੀ ਦੀ ਵੱਧ ਤੋਂ ਵੱਧ ਉਮਰ ਕਿੰਨੀ ਹੋਣੀ ਚਾਹੀਦੀ ਹੈ? ਵੱਧ ਤੋਂ ਵੱਧ ਉਮਰ 18, 30, 36 ਜਾਂ ਫਿਰ ਮਤਲਬ ਇੱਥੇ ਵੱਧ ਤੋਂ ਵੱਧ ਨਹੀਂ ਆਣੀ ਹੈਗੀ, ਇੱਥੇ ਘੱਟ ਤੋਂ ਘੱਟ ਆਣੀ ਹੈ, ਘੱਟ ਤੋਂ ਘੱਟ ਆਣੀ ਹੈ ਇੱਥੇ, ਠੀਕ ਹੈ। ਕਿਉਂਕਿ ਵੱਧ ਤੋਂ ਵੱਧ ਤਾਂ ਜਿੰਨੀ ਮਰਜ਼ੀ ਹੋ ਸਕਦੀ ਹੈ, ਤਾਂ ਘੱਟ ਤੋਂ ਘੱਟ ਆਊਗੀ ਇਹਦੀ 30 ਸਾਲ ਦੀ ਹੈ। ਲੋਕ ਸਭਾ ਦੀ 25 ਸਾਲ ਹੈ, ਰਾਜ ਸਭਾ ਦੀ 30 ਸਾਲ ਹੈ। ਲੋਕ ਸਭਾ ਵਿੱਚ ਸ਼ਾਮਲ ਹੋਣ ਲਈ ਵੱਧ ਤੋਂ ਵੱਧ, ਇੱਥੇ ਵੱਧ ਤੋਂ ਵੱਧ ਤੇ ਘੱਟ ਤੋਂ ਘੱਟ, ਠੀਕ ਹੈ ਜੀ। ਘੱਟ ਤੋਂ ਘੱਟ ਉਮਰ ਸੀਮਾ ਕਿੰਨੀ ਹੈ? ਤਾਂ ਇਹਦੀ ਆਊਗੀ ਜੀ 25 ਸਾਲ ਦੀ। 14 ਨੰਬਰ ਕੁਐਸਚਨ, ਲੋਕ ਸਭਾ ਵਿੱਚ ਵੱਧ ਤੋਂ ਵੱਧ ਮੈਂਬਰਾਂ ਦੀ ਸੰਖਿਆ ਕਿੰਨੀ ਹੈ? ਤਾਂ 512, 542, 552 ਜਾਂ 550। ਦੇਖੋ ਜੇ ਅਸੀਂ ਐਂਗਲੋ ਇੰਡੀਅਨ ਜਿਹੜੇ ਮੈਂਬਰ ਨੇ ਸਾਡੇ, ਇਹਨਾਂ ਦੀ ਗੱਲ ਨਾ ਕਰਦੇ, ਕਿਉਂਕਿ ਇਹਨੂੰ ਅਸੀਂ ਹਟਾ ਦਿੱਤਾ ਹੈਗਾ। ਐਂਗਲੋ ਇੰਡੀਅਨ ਮੈਂਬਰ ਹੁਣ ਸਾਡੇ ਇੰਡੀਆ 'ਚ ਨਹੀਂ ਚੁਣੇ ਜਾਂਦੇ, 126ਵੀਂ ਅਮੈਂਡਮੈਂਟ ਦੇ ਤਹਿਤ ਹਟਾ ਦਿੱਤਾ ਗਿਆ। ਤਾਂ ਪਹਿਲਾਂ
ਦੀ ਗੱਲ ਕਰਦਾ ਤਾਂ 552 ਸੀ, ਹੁਣ ਇਹਦੀ ਸੰਖਿਆ ਹੈਗੀ 550। ਤੇ ਇਹਦਾ ਆਨਸਰ ਤੁਸੀਂ ਲਾਓਗੇ 550, ਕਿਉਂਕਿ ਸਿਰਫ ਲੋਕਾਂ ਦੁਆਰਾ ਚੁਣੇ ਜਾਂਦੇ ਨੇ। ਜੇ ਤੁਹਾਨੂੰ ਪੁੱਛੂਗਾ ਵਰਤਮਾਨ ਦੇ ਵਿੱਚ ਕਿੰਨੀ ਹੈ ਤਾਂ ਤੁਸੀਂ ਕਹਿਣਾ 543 ਹੈ, ਕਿਉਂਕਿ ਹਜੇ 7 ਸੀਟਾਂ ਖਾਲੀ ਪਈਆਂ ਨੇ। ਇਹ ਯੂਟੀਜ਼ ਦੇ ਵਿੱਚ ਅਸੀਂ ਇਹਨਾਂ ਦੀ ਚੋਣ ਕਰ ਸਕਦੇ ਹਾਂ। ਰਾਸ਼ਟਰਪਤੀ ਦੁਆਰਾ ਕਿੰਨੇ ਐਂਗਲੋ ਭਾਰਤੀ ਸਮੁਦਾਇ ਦੇ ਮੈਂਬਰਾਂ ਨੂੰ ਨਾਮਜ਼ਦ ਕੀਤਾ ਜਾਂਦਾ ਸੀ? ਕੀਤਾ ਜਾਂਦਾ ਹੈ, ਪਰ ਇੱਥੇ ਆਨਸਰ ਆਊਗਾ ਸੀ। ਪਹਿਲਾਂ ਕੀਤਾ ਜਾਂਦਾ ਸੀ 2 ਮੈਂਬਰ ਐਂਗਲੋ ਇੰਡੀਅਨ, ਜਿਨ੍ਹਾਂ ਦੇ ਮਾਤਾ ਜਾਂ ਪਿਤਾ ਦੇ ਵਿੱਚੋਂ ਇੱਕ ਬੰਦਾ ਯੂਰਪ ਦਾ ਹੋਵੇ, ਇੱਕ ਇੰਡੀਅਨ ਹੋਵੇ, ਉਹਨੂੰ ਅਸੀਂ ਐਂਗਲੋ ਇੰਡੀਅਨ ਦਾ ਨਾਮ ਦਿੰਦੇ ਹਾਂ। 16 ਨੰਬਰ, ਮੂਲ ਸੰਵਿਧਾਨ ਵਿੱਚ ਲੋਕ ਸਭਾ ਦੇ ਮੈਂਬਰਾਂ ਦਾ ਕਾਰਜਕਾਲ 5 ਸਾਲ ਸੀ, ਉਹਨੂੰ 42ਵੀਂ ਸ਼ੋਧ ਦੁਆਰਾ ਕਿੰਨੇ ਸਾਲਾਂ ਦਾ ਕਰ ਦਿੱਤਾ ਗਿਆ ਸੀ? ਹੁਣ ਦੇਖੋ ਜਿਹੜੀ 42 ਅਮੈਂਡਮੈਂਟ ਜਿਹੜੀ 1976 ਦੇ ਵਿੱਚ ਹੋਈ ਸੀ, ਇਹਦੇ ਤਹਿਤ ਲੋਕ ਸਭਾ ਦਾ ਕਾਰਜਕਾਲ ਵਧਾ ਦਿੱਤਾ ਗਿਆ ਸੀ। ਠੀਕ ਹੈ, ਸਾਨੂੰ ਪਤਾ ਵੀ ਆਪਾਤਕਾਲ ਦੇ ਦੌਰਾਨ ਲੋਕ ਸਭਾ ਦਾ ਕਾਰਜਕਾਲ 1 ਸਾਲ ਵਧਾਇਆ ਜਾ ਸਕਦਾ ਹੈ, ਤੈਨੂੰ ਵਧਾ ਦਿੱਤਾ ਗਿਆ ਸੀ। ਤਾਂ ਕਿੰਨਾ ਸਾਲ ਕਰ ਦਿੱਤਾ ਗਿਆ ਸੀ? 9 ਸਾਲ, 7 ਸਾਲ, 6 ਸਾਲ ਜਾਂ ਫਿਰ 8 ਸਾਲ। ਇਹਦਾ ਕਾਰਜਕਾਲ ਕੀਤਾ ਗਿਆ ਸੀ 6 ਸਾਲ। ਇੱਕਮਾਤਰ ਸਾਡੀ ਲੋਕ ਸਭਾ ਹੈ ਜਿਹਦਾ ਕਾਰਜਕਾਲ ਵਧਾਇਆ ਗਿਆ, 5ਵੀਂ ਲੋਕ ਸਭਾ ਸੀ, ਤੇ ਇਹਦਾ ਕਾਰਜਕਾਲ 6 ਸਾਲ ਹੈ, ਬਾਕੀਆਂ ਦਾ ਕਾਰਜਕਾਲ ਸਾਰਿਆਂ ਦਾ। 12ਵੀਂ ਲੋਕ ਸਭਾ ਦਾ ਕਾਰਜਕਾਲ ਸਭ ਤੋਂ ਛੋਟਾ ਕਾਰਜਕਾਲ ਹੈ, 12ਵੀਂ ਦਾ ਸਭ ਤੋਂ ਛੋਟਾ ਕਾਰਜਕਾਲ ਹੈ। ਤੇ ਜਿਹੜੀ ਵਰਤਮਾਨ ਦੇ ਵਿੱਚ ਲੋਕ ਸਭਾ ਚੱਲ ਰਹੀ ਹੈ ਇਹ ਹੈਗੀ ਸਾਡੀ 17ਵੀਂ ਲੋਕ ਸਭਾ। 17ਵਾਂ ਲੋਕ ਸਭਾ ਦਾ ਪਹਿਲਾ ਡਿਪਟੀ ਸਪੀਕਰ ਕੌਣ ਸੀ? ਜੀ.ਵੀ. ਮਾਵਲੰਕਰ, ਰਾਧਾ ਕ੍ਰਿਸ਼ਨਨ, M.A. ਅਯੰਗਰ। ਇਹਦਾ ਸੀ ਆਨਸਰ ਆਊਗਾ ਜੀ M.A. ਅਯੰਗਰ ਸਾਡੀ ਲੋਕ ਸਭਾ ਦੇ ਪਹਿਲੇ ਡਿਪਟੀ ਸਪੀਕਰ ਸੀਗੇ। ਅੱਗੇ ਦੇਖਦੇ ਹਾਂ, ਲੋਕ ਸਭਾ ਦੀ ਕਾਰਵਾਈ ਸ਼ੁਰੂ ਕਰਨ ਲਈ ਕੋਰਮ ਕਿੰਨਾ ਜ਼ਰੂਰੀ ਹੈ? 1/6, 1/8, 1/10 ਜਾਂ ਫਿਰ 1/5। ਤਾਂ ਇਹਦਾ ਆਨਸਰ ਆਊਗਾ ਜੀ 1/10। 1/10 ਦਾ ਮਤਲਬ ਕੀ ਹੈ ਇੱਥੇ? ਇਹਦਾ ਮਤਲਬ ਹੈ 10%। 10% ਮਤਲਬ ਜਿਵੇਂ ਮੰਨ ਲਓ ਲੋਕ ਸਭਾ ਦੀ ਸੰਖਿਆ 550 ਹੈ, ਤਾਂ 550 ਦਾ 10% ਕਿੰਨਾ ਹੋ ਗਿਆ? 55। ਜੇ 55 ਬੰਦੇ ਲੋਕ ਸਭਾ 'ਚ ਹਾਜ਼ਰ ਨੇ ਤਾਂ ਸਦਨ ਦੀ ਕਾਰਵਾਈ ਸ਼ੁਰੂ ਹੋਊਗੀ। ਇਸੇ ਤਰ੍ਹਾਂ ਰਾਜ ਸਭਾ ਦਾ, ਰਾਜ ਸਭਾ ਦੀ ਕੁੱਲ ਸੰਖਿਆ ਕਿੰਨੀ ਹੈ? 250। ਤਾਂ 250 ਦਾ 10%, 250 10% 25 ਬੰਦੇ। ਠੀਕ ਹੈ, ਜੇ 25 ਬੰਦੇ ਆਏ ਨੇ ਤਾਂ ਰਾਜ ਸਭਾ ਦੀ ਕਾਰਵਾਈ ਚੱਲੇਗੀ, ਅਦਰਵਾਈਜ਼ ਨਹੀਂ ਚੱਲੇਗੀ। 90 ਨੰਬਰ ਕੁਐਸਚਨ, ਸੰਸਦ ਦੀ ਕਾਰਵਾਈ ਹਰੇਕ ਸਾਲ ਕਿੰਨੇ ਸੈਸ਼ਨਾਂ ਵਿੱਚ ਕੀਤੀ ਜਾਂਦੀ ਹੈ? ਤਾਂ ਸਾਨੂੰ ਪਤਾ ਹੈ ਵੀ ਸਾਲ ਦੇ ਵਿੱਚ 3 ਸੈਸ਼ਨ ਬੁਲਾਏ ਜਾਂਦੇ ਨੇ ਜੀ, ਤੇ ਇਹਦਾ ਆਨਸਰ ਆਊਗਾ 3 ਸੈਸ਼ਨ। ਇੱਕ ਹੁੰਦਾ ਬਜਟ ਸੈਸ਼ਨ, ਦੂਸਰਾ ਮਾਨਸੂਨ, ਜਾਂ ਤੀਸਰਾ ਸਰਦ ਦਾ ਸੈਸ਼ਨ। 2 ਸੈਸ਼ਨਾਂ ਦੇ ਵਿਚਕਾਰ 6 ਮਹੀਨਿਆਂ ਤੋਂ ਜ਼ਿਆਦਾ ਦਾ ਗੈਪ ਨਹੀਂ ਹੋਣਾ ਚਾਹੀਦਾ। 2 ਸੈਸ਼ਨ ਪਾਉਣੇ ਹਰ ਸਾਲ ਦੇ ਵਿੱਚ ਕੰਪਲਸਰੀ ਹੁੰਦੇ ਨੇ। 20 ਨੰਬਰ, ਭਾਰਤ ਦੇ ਨਿਯੰਤਰਕ ਅਤੇ ਆਡੀਟਰ ਜਨਰਲ ਦੀ ਰਿਪੋਰਟ ਮਤਲਬ ਕੈਗ ਦੀ ਰਿਪੋਰਟ ਦੀ ਸਮੀਖਿਆ ਜਾਂ ਉਹਦੀ ਜਾਂਚ ਕਰਨ ਲਈ ਇੱਕ ਸੰਸਦੀ ਕਮੇਟੀ ਹੈ, ਕਿਹੜੀ? ਅੰਕਲਨ, ਪ੍ਰਾਕਲਨ ਕਮੇਟੀ, ਲੋਕ ਲੇਖਾ ਕਮੇਟੀ। ਇਹਨਾਂ ਵਿੱਚੋਂ ਕੋਈ ਨਹੀਂ। ਪ੍ਰਾਕਲਨ ਮਤਲਬ ਅੰਦਾਜ਼ਾ ਕਮੇਟੀ, ਅੰਦਾਜ਼ਾ ਕਮੇਟੀ ਹੋ ਗਈ ਹੈ। ਠੀਕ ਹੈ, ਤਾਂ ਇਹਨਾਂ ਵਿੱਚੋਂ ਜਿਹੜੀ ਕੈਗ ਦੀ ਰਿਪੋਰਟ ਦੀ ਜਾਂਚ ਕਰਦੀ ਹੈ ਕਮੇਟੀ, ਕਿਉਂਕਿ ਕੈਗ ਆਪਣੀ ਰਿਪੋਰਟ ਪ੍ਰੈਜ਼ੀਡੈਂਟ ਨੂੰ ਦੇ ਦਿੰਦਾ ਹੈ, ਪ੍ਰੈਜ਼ੀਡੈਂਟ ਉਹਦੀ ਰਿਪੋਰਟ ਪਾਰਲੀਮੈਂਟ ਨੂੰ ਦੇ ਦਿੰਦੀ ਹੈ, ਪਾਰਲੀਮੈਂਟ ਉਹਦੀ ਰਿਪੋਰਟ PAC ਨੂੰ ਦੇ ਦਿੰਦੀ ਹੈ। PAC ਮਤਲਬ ਲੋਕ ਲੇਖਾ ਕਮੇਟੀ ਜਾਂ ਪਬਲਿਕ ਅਕਾਊਂਟ ਕਮੇਟੀ। ਦਾ ਇਹਦਾ ਆਨਸਰ ਆਊਗਾ ਜੀ ਲੋਕ ਲੇਖਾ ਕਮੇਟੀ, PAC। ਠੀਕ ਹੈ, 1921 ਦੇ ਵਿੱਚ ਸਟੈਬਲਿਸ਼ਮੈਂਟ ਹੋਈ ਸੀ ਇਸ PAC ਕਮੇਟੀ ਦੀ, 1919 ਦੇ ਤਹਿਤ 1921 ਦੇ ਵਿੱਚ ਡਕਵਰਥ ਕਮੇਟੀ ਦੀ ਸਿਫਾਰਿਸ਼ ਤੇ। ਇਹਨਾਂ ਵਿੱਚੋਂ ਕਿਸ ਰਾਜ ਦੀਆਂ ਲੋਕ ਸਭਾ ਸੀਟਾਂ ਸਭ ਤੋਂ ਘੱਟ ਹਨ? ਤਾਂ ਦੇਖੋ ਲੋਕ ਸਭਾ ਸੀਟਾਂ ਦੀ ਘੱਟ ਦੀ ਗੱਲ ਕਰਦਾ ਇੱਥੇ। ਠੀਕ ਹੈ, ਤੇ ਜਿਵੇਂ ਹੁਣ ਮਹਾਰਾਸ਼ਟਰ ਹੈ, ਤਾਂ ਮਹਾਰਾਸ਼ਟਰ ਦੇ ਵਿੱਚ ਲੋਕ ਸਭਾ ਦੀ 48 ਸੀਟਾਂ ਨੇ। ਮੱਧ ਪ੍ਰਦੇਸ਼ ਦੀ ਗੱਲ ਕਰਦਾ ਤਾਂ ਮੱਧ ਪ੍ਰਦੇਸ਼ ਦੀ 29 ਸੀਟਾਂ ਨੇ। ਉੱਤਰ ਪ੍ਰਦੇਸ਼ ਦੇ ਵਿੱਚ ਸਭ ਤੋਂ ਜ਼ਿਆਦਾ ਨੇ 80 ਸੀਟਾਂ, ਤੇ ਬਿਹਾਰ ਦੇ ਵਿੱਚ ਸੀਟਾਂ ਦੀ ਸੰਖਿਆ 42। ਤਾਂ ਦੇਖੋ ਘੱਟ ਕਿਹਦੀਆਂ ਨੇਗੀਆਂ? ਸਭ ਤੋਂ ਘੱਟ ਹੈਗੀਆਂ ਨੇ ਇੱਥੇ। ਇਹਦੇ ਅਕੋਰਡਿੰਗ ਸਾਡੇ ਮੱਧ ਪ੍ਰਦੇਸ਼ ਦੇ ਵਿੱਚ ਕੀ ਨੇਗੀਆਂ? ਘੱਟ ਨੇਗੀਆਂ। ਕੁੱਲ ਮਿਲਾ ਕੇ ਪੰਜਾਬ ਦੇ ਵਿੱਚ ਰਾਜ ਸਭਾ ਦੀ ਕੁੱਲ ਸੀਟਾਂ ਕਿੰਨੀਆਂ ਹਨ? 7, 1, 18, 10। ਤਾਂ ਇਹਦਾ ਆਨਸਰ ਆਊਗਾ ਜੀ 7 ਸੀਟਾਂ ਨੇ ਪੰਜਾਬ ਦੇ ਵਿੱਚ। ਜੇ ਲੋਕ ਸਭਾ ਪੁੱਛਦਾ ਹੈ ਤਾਂ ਲੋਕ ਸਭਾ ਦੀਆਂ 13 ਸੀਟਾਂ ਨੇ, ਪੰਜਾਬ ਦੇ ਵਿੱਚ ਰਾਜ ਸਭਾ ਦੀਆਂ 7 ਸੀਟਾਂ ਨੇ। ਭਾਰਤੀ ਸੰਸਦ ਹੈ 1 ਸਦਨੀ ਹੈ, 2 ਸਦਨੀ ਹੈ, 3 ਸਦਨੀ, ਇਹਨਾਂ ਵਿੱਚ ਕੋਈ ਨਹੀਂ। ਹੁਣ ਦੇਖੋ ਜਿਹੜੀ ਸਾਡੀ ਪਾਰਲੀਮੈਂਟ ਹੈ ਤਾਂ ਇਹਦੇ 2 ਸਦਨ ਨੇ। ਕਿਹੜੇ ਕਿਹੜੇ? ਜੇ ਅੰਗ ਪੁੱਛੂਗਾ ਤਾਂ ਅੰਗ 3 ਨੇ, ਕਿਉਂਕਿ ਰਾਸ਼ਟਰਪਤੀ ਸਾਡੀ ਸੰਸਦ ਦਾ ਇੱਕ ਮਹੱਤਵਪੂਰਨ ਅੰਗ ਹੈ। ਤੇ ਸਦਨ ਹੈਗੇ ਨੇ 2। ਕਿਹੜੇ ਕਿਹੜੇ ਸਦਨ? ਲੋਕ ਸਭਾ ਤੇ ਰਾਜ ਸਭਾ। ਲੋਕ ਸਭਾ ਐਂਡ ਰਾਜ ਸਭਾ। 24 ਨੰਬਰ ਕੁਐਸਚਨ, ਕਿਸ ਲੋਕ ਸਭਾ ਸਪੀਕਰ ਨੇ ਮਾਤੋਸ਼੍ਰੀ ਕਿਤਾਬ ਲਿਖੀ ਹੈ? ਹੁਣ ਪਹਿਲਾਂ ਤਾਂ ਆਪਾਂ ਮਾਤੋਸ਼੍ਰੀ ਦੇਖ ਲਈ ਕੀ ਹੈ। ਮਾਤੋਸ਼੍ਰੀ ਨਾ ਸ਼ਿਵ ਸੈਨਾ ਦੇ ਜਿਹੜੇ ਪ੍ਰਧਾਨ ਸੀਗੇ, ਮਤਲਬ ਪਹਿਲਾਂ ਉਹਨਾਂ ਦਾ ਨਾਮ ਸੀ ਬਾਲ ਠਾਕਰੇ। ਇਹਨਾਂ ਦਾ ਆਵਾਸ ਦਾ ਨਾਮ ਹੈ ਇਹ, ਇਹਨਾਂ ਦਾ ਜਿਹੜੀ ਰਿਹਾਇਸ਼ ਇਹਨਾਂ ਦੀ। ਠੀਕ ਹੈ, ਤੇ ਹੁਣ ਇਸ ਆਵਾਸ ਦੇ ਵਿੱਚ ਇਹਨਾਂ ਦੇ ਬੇਟੇ ਉਧਵ ਠਾਕਰੇ ਤੇ ਉਹਨਾਂ ਦੇ ਬਾਕੀ ਪਰਿਵਾਰ ਦੇ ਵਿੱਚ ਰਹਿੰਦਾ। ਤਾਂ ਉਹਨਾਂ ਨੇ ਮਾਤੋਸ਼੍ਰੀ ਬੁੱਕ ਲਿਖੀ ਸੀ। ਤੇ ਹੁਣ ਇਹਨਾਂ ਵਿੱਚੋਂ ਸ਼ਿਵ ਸੈਨਾ ਨਾਲ ਕੌਣ ਜੁੜਿਆ ਹੋਇਆ ਸੀਗਾ? ਤਾਂ ਮਨੋਹਰ ਜੋਸ਼ੀ ਜਿਹੜੇ ਸੀਗੇ ਉਹ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਦੇ ਵਿੱਚ ਉਸ ਟਾਈਮ ਦੇ ਵਿੱਚ ਜਿਹੜੇ ਸੀਗੇ ਉਹ ਲੋਕ ਸਭਾ ਸਪੀਕਰ ਸੀਗੇ। ਤਾਂ ਉਹਨਾਂ ਨੇ ਮਾਤੋਸ਼੍ਰੀ ਬੁੱਕ ਲਿਖੀ ਸੀ ਇੱਕ। 25 ਨੰਬਰ ਕੁਐਸਚਨ, ਸੰਸਦ ਦੇ ਦੋਵਾਂ ਸਦਨਾਂ ਵਿੱਚ ਕਾਰਵਾਈ ਸ਼ੁਰੂ ਕਰਨ ਲਈ ਮੈਂਬਰਾਂ ਦੀ ਘੱਟੋ ਘੱਟ ਗਿਣਤੀ ਕਿੰਨੀ ਹੈ? ਕੁੱਲ ਮੈਂਬਰਾਂ ਦਾ 1/5, 1/6, 1/7 ਜਾਂ ਇਹ ਆਪਾਂ ਕਰ ਚੁੱਕੇ ਹਾਂ। 1/10 ਮੈਂਬਰ ਹੋਣੇ ਚਾਹੀਦੇ ਨੇ ਕਾਰਵਾਈ ਸ਼ੁਰੂ ਕਰਨ ਦੇ ਲਈ। 26 ਨੰਬਰ ਕੁਐਸਚਨ ਦੇਖਦੇ ਹਾਂ, ਰਾਜ ਸੂਚੀ ਦੇ ਵਿਸ਼ੇ ਤੇ ਸੰਸਦ ਨੂੰ ਕਾਨੂੰਨ ਬਣਾਉਣ ਦੀ ਸ਼ਕਤੀ ਡੈਸ਼ ਵਿੱਚ ਹੁੰਦੀ ਹੈ? ਹੁਣ ਦੇਖੋ ਰਾਜ ਸੂਚੀ ਦੇ ਵਿਸ਼ੇ ਤੇ ਕਾਨੂੰਨ ਬਣਾਉਣ ਦੀ ਸ਼ਕਤੀ ਕਿਹਦੇ ਕੋਲੇ ਹੁੰਦੀ ਹੈ? ਹੁੰਦੀ ਤਾਂ ਵੈਸੇ ਪਾਰਲੀਮੈਂਟ ਕੋਲ ਹੀ ਹੈ,
ਪਰ ਉਹਨੂੰ ਰਾਜ ਸਭਾ ਦੇ ਅੰਦਰ ਲਿਆਂਦਾ ਜਾਂਦਾ ਹੈ, ਤੇ ਇਹਦਾ ਅਕੋਰਡਿੰਗ ਆਨਸਰ ਬਣੂਗਾ ਰਾਜ ਸਭਾ। 27 ਨੰਬਰ ਕੁਐਸਚਨ, ਹੇਠਾਂ ਦਿੱਤੇ ਵਿੱਚੋਂ ਕੌਣ ਸਾਡੇ ਦੇਸ਼ ਦੇ ਦੋਵਾਂ ਸਦਨਾਂ ਦਾ ਮੈਂਬਰ ਨਹੀਂ ਹੈ? ਤਾਂ ਪ੍ਰਧਾਨ ਮੰਤਰੀ, ਵਿੱਤ ਮੰਤਰੀ, ਰਾਸ਼ਟਰਪਤੀ, ਰੇਲ ਮੰਤਰੀ। ਹੁਣ ਜਿੰਨੇ ਵੀ ਮੰਤਰੀ ਹੁੰਦੇ ਨੇ ਤਾਂ ਇਹਨਾਂ ਨੂੰ ਸਾਡੇ ਕਿਸੇ ਵੀ ਸਦਨ ਦਾ ਮੈਂਬਰ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਜੇ ਇਹ ਕਿਸੇ ਵੀ ਸਦਨ ਦੇ ਮੈਂਬਰ ਨਹੀਂ ਹੁੰਦੇ ਤਾਂ ਇਹਨਾਂ ਨੂੰ 6 ਮਹੀਨਿਆਂ ਦੇ ਅੰਦਰ ਅੰਦਰ ਕਿਸੇ ਵੀ ਸਦਨ ਦਾ ਮੈਂਬਰ ਜਿਹੜਾ ਉਹ ਬਣਨਾ ਪੈਂਦਾ ਹੈ। ਹੁਣ ਜਿਹੜਾ ਰਾਸ਼ਟਰਪਤੀ ਹੈ, ਰਾਸ਼ਟਰਪਤੀ ਸਾਡੀ ਸੰਸਦ ਦਾ ਅੰਗ ਹੈ ਇੱਕ, ਇਹ ਕਿਸੇ ਸਦਨ ਦਾ ਮੈਂਬਰ ਨਹੀਂ ਹੈਗਾ, ਤਾਂ ਇਹਦਾ ਆਨਸਰ ਆਊਗਾ ਜੀ ਰਾਸ਼ਟਰਪਤੀ, ਕਿਉਂਕਿ ਰਾਸ਼ਟਰਪਤੀ ਸਾਡੀ ਸੰਸਦ ਦਾ ਅੰਗ ਹੈ, ਨਾ ਕਿ ਮੈਂਬਰ ਹੈ। 28 ਨੰਬਰ ਕੁਐਸਚਨ ਦੇਖਦੇ ਹਾਂ, ਸੰਸਦ ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜੀ ਵਿਵਸਥਾ ਨੂੰ ਬਦਲਣ ਲਈ ਵਿਸ਼ੇਸ਼ ਬਹੁਮਤ ਦੀ ਲੋੜ ਹੁੰਦੀ ਹੈ? ਮੂਲ ਅਧਿਕਾਰ, ਨਵੇਂ ਰਾਜਾਂ ਦਾ ਗਠਨ, ਰਾਜ ਵਿਧਾਨ ਪਰਿਸ਼ਦ ਨੂੰ ਖਤਮ ਕਰਨਾ ਹੈ, ਸੰਸਦ ਵਿੱਚ ਨਿਯਮ ਅਤੇ ਨਿਯਮ ਬਣਾਉਣੇ ਜਾਂ ਫਿਰ ਉਹਨੂੰ ਲਾਗੂ ਕਰਨਾ ਹੈ। ਹੁਣ ਦੇਖੋ, ਜਦੋਂ ਵੀ ਸੰਸਦ ਦੇ ਵਿੱਚ ਕੋਈ ਚੇਂਜਸ ਵਾਸਤੇ ਬਹੁਮਤ ਲਿਆਂਦਾ ਜਾਂਦਾ ਹੈਗਾ ਤਾਂ ਬਹੁਤ ਸਾਰੇ ਟੌਪਿਕ ਇਸ ਪ੍ਰਕਾਰ ਦੇ ਨੇਗੇ ਜਿਹੜੇ ਸਧਾਰਨ ਬਹੁਮਤ ਦੁਆਰਾ ਬਦਲ ਜਾਂਦੇ ਨੇ। ਜਿਵੇਂ ਹੁਣ ਨਵੇਂ ਰਾਜ ਦਾ ਗਠਨ ਕਰਨਾ ਹੈ, ਰਾਜ ਵਿਧਾਨ ਪਰਿਸ਼ਦ ਨੂੰ ਖਤਮ ਕਰਨਾ ਹੈ, ਤਾਂ ਇਹ ਤਾਂ ਦੇਖੋ ਤੇ ਸੰਸਦ ਦੇ ਵਿੱਚ ਨਿਯਮ ਲਾਗੂ ਕਰਨੇ, ਇਹ ਤਾਂ ਸਿਰਫ ਅਸੀਂ ਸਧਾਰਨ ਬਹੁਮਤ ਦੁਆਰਾ ਖਤਮ ਕਰ ਸਕਦੇ ਹਾਂ। ਪਰ ਮੂਲ ਅਧਿਕਾਰਾਂ ਸੰਬੰਧੀ ਕੋਈ ਵੀ ਕਾਰਵਾਈ ਕਰਨੀ ਹੈ ਤਾਂ ਇਹਦੇ ਵਾਸਤੇ ਵਿਸ਼ੇਸ਼ ਬਹੁਮਤ ਦੀ ਲੋੜ ਪੈਂਦੀ ਹੈ ਇੱਥੇ। 29 ਨੰਬਰ ਕੁਐਸਚਨ, ਮਹਾਰਾਸ਼ਟਰ ਨੂੰ ਲੋਕ ਸਭਾ ਵਿੱਚ ਕਿੰਨੀਆਂ ਸੀਟਾਂ ਪ੍ਰਾਪਤ ਹਨ? 10, 26, 28 ਜਾਂ ਫਿਰ 48? ਤੇ ਇਹਦਾ ਆਨਸਰ ਆਊਗਾ ਜੀ 48 ਸੀਟਾਂ ਮਹਾਰਾਸ਼ਟਰ ਦੇ ਵਿੱਚ ਚੁਣੀਆਂ ਜਾਂਦੀਆਂ ਨੇ। ਮਹਾਰਾਸ਼ਟਰ ਨੰਬਰ 2 ਸਟੇਟ ਹੈਗੀ ਸੀਟਾਂ ਦੀ ਸੰਖਿਆ ਵੱਖੋਂ, ਪਹਿਲੇ ਨੰਬਰ ਤੇ ਯੂਪੀ ਆਂਦਾ ਹੈ ਤੇ ਦੂਸਰੇ ਨੰਬਰ ਤੇ ਮਹਾਰਾਸ਼ਟਰ ਹੈ। 30 ਨੰਬਰ, ਲੋਕ ਸਭਾ ਵਿੱਚ ਪੰਜਾਬ ਨੂੰ ਕਿੰਨੀਆਂ ਸੀਟਾਂ ਪ੍ਰਾਪਤ ਹਨ? 2, 13, 20 ਜਾਂ ਫਿਰ 25? ਇਹ ਆਪਾਂ ਗੱਲ ਕਰ ਚੁੱਕੇ ਹਾਂ, 13 ਸੀਟਾਂ ਪੰਜਾਬ ਨੂੰ ਮਿਲੀਆਂ ਹੋਈਆਂ ਲੋਕ ਸਭਾ ਦੀਆਂ। 31 ਨੰਬਰ ਕੁਐਸਚਨ, ਰਾਜ ਸਭਾ ਵਿੱਚ ਉੱਤਰ ਪ੍ਰਦੇਸ਼ ਨੂੰ ਕੁੱਲ ਕਿੰਨੀਆਂ ਸੀਟਾਂ ਹਨ? ਤਾਂ 12, 16, 18 ਜਾਂ ਫਿਰ 31? ਤਾਂ ਸਭ ਤੋਂ ਜ਼ਿਆਦਾ ਸੰਖਿਆ ਕਿੰਨੀ ਹੈ ਜੀ? 31 ਹੈ ਦੀ। ਤਾਂ 31 ਸੀਟਾਂ ਕਿਹਨੂੰ ਪ੍ਰਾਪਤ ਨੇਗੀਆਂ? ਉੱਤਰ ਪ੍ਰਦੇਸ਼ ਨੂੰ ਰਾਜ ਸਭਾ ਦੇ ਵਿੱਚ। ਇੱਥੇ ਪੁੱਛ ਰਿਹਾ ਜੀ ਸਭ ਤੋਂ ਵੱਡਾ ਜਿਹੜਾ ਲੋਕ ਸਭਾ ਦਾ ਸੰਸਦੀ ਇਲਾਕਾ ਹੈਗਾ ਜਾਂ ਖੇਤਰ ਹੈਗਾ ਕਿਹੜਾ ਹੈ ਸਭ ਤੋਂ? ਠੀਕ ਹੈ, ਤਾਂ ਬਾੜਮੇਰ ਅਰੁਣਾਚਲ ਪੱਛਮੀ ਹੈ, ਲਦਾਖ ਹੈ ਜਾਂ ਫਿਰ ਉੱਤਰਾਂਚਲ ਪੂਰਬ ਹੈ? ਤਾਂ ਇਹਦਾ ਆਨਸਰ ਆਊਗਾ ਜੀ ਲਦਾਖ। ਲਦਾਖ ਨੂੰ ਸਭ ਤੋਂ ਜ਼ਿਆਦਾ ਖੇਤਰਫਲ ਦੇ ਪੱਖੋਂ ਲੋਕ ਸਭਾ ਦਾ ਸਭ ਤੋਂ ਵਿਸ਼ਾਲ ਖੇਤਰ ਜਿਹੜਾ ਸੀ ਐਲਾਨ ਕੀਤਾ ਗਿਆ ਸੀ, ਤਾਂ ਇਹਦਾ ਆਨਸਰ ਆਊਗਾ ਜੀ ਲਦਾਖ। 33 ਨੰਬਰ ਕੁਐਸਚਨ, ਭਾਰਤੀ ਸੰਸਦ ਦੀ ਸਭ ਤੋਂ ਵੱਡੀ ਕਮੇਟੀ ਕਿਹੜੀ ਹੈ? ਨਾਰਮਲੀ ਦੇਖੋ ਕਮੇਟੀਆਂ ਦੇ ਵਿੱਚ 22 ਮੈਂਬਰ ਹੁੰਦੇ ਨੇ, ਪਰ ਇਹ ਕਮੇਟੀ ਸਭ ਤੋਂ ਵੱਡੀ, ਇਹਦੇ ਵਿੱਚ 30 ਮੈਂਬਰ ਨੇ ਤੇ 30 ਦੇ 30 ਮੈਂਬਰ ਲਏ ਜਾਂਦੇ ਨੇ ਲੋਕ ਸਭਾ ਤੋਂ। ਤਾਂ ਲੋਕ ਲੇਖਾ ਕਮੇਟੀ, ਅਨੁਮਾਨ ਕਮੇਟੀ, ਪਬਲਿਕ ਅੰਡਰਟੇਕਿੰਗ ਕਮੇਟੀ ਜਾਂ ਫਿਰ ਸੰਯੁਕਤ ਕਮੇਟੀ? ਤਾਂ ਇਹਦਾ ਆਨਸਰ ਆਊਗਾ ਜੀ ਅਨੁਮਾਨ ਕਮੇਟੀ, ਜਿਹਨੂੰ ਅਸੀਂ ਐਸਟੀਮੇਟ ਕਮੇਟੀ ਜਾਂ ਅੰਦਾਜ਼ਾ ਕਮੇਟੀ ਦਾ ਨਾਮ ਵੀ ਦੇ ਦਿੰਦੇ ਹਾਂ। ਇਹਦੇ ਵਿੱਚ 30 ਮੈਂਬਰ ਲੋਕ ਸਭਾ ਤੋਂ ਲਏ ਜਾਂਦੇ ਨੇ ਤੇ ਇਸ ਕਰਕੇ ਸਭ ਤੋਂ ਵੱਡੀ ਕਮੇਟੀ ਹੈ। 34 ਨੰਬਰ ਕੁਐਸਚਨ, ਭਾਰਤ ਦੀ ਸੰਸਦ ਦੀ ਲੋਕ ਲੇਖਾ ਕਮੇਟੀ ਦਾ ਚੇਅਰਮੈਨ ਹੈ? ਵਿਰੋਧੀ ਧਿਰ ਦਾ ਨੇਤਾ, ਲੋਕ ਸਭਾ ਦਾ ਸਪੀਕਰ, ਡਿਪਟੀ ਸਪੀਕਰ ਜਾਂ ਫਿਰ ਰਾਜ ਸਭਾ ਦਾ ਸਪੀਕਰ ਜਾਂ ਫਿਰ ਰਾਜ ਸਭਾ ਦਾ ਸਭਾਪਤੀ? ਤਾਂ ਦੇਖੋ ਜਿਹੜੀ ਸਾਡੀ ਪਬਲਿਕ ਅਕਾਊਂਟ ਕਮੇਟੀ ਹੁੰਦੀ ਹੈ, ਪਬਲਿਕ ਅਕਾਊਂਟ ਕਮੇਟੀ ਦਾ ਜਿਹੜਾ ਪ੍ਰਧਾਨ ਹੁੰਦਾ ਜਾਂ ਚੇਅਰਮੈਨ ਹੁੰਦਾ ਹੈ ਉਹ ਲੋਕ ਸਭਾ ਸਪੀਕਰ ਵੱਲੋਂ ਚੁਣਿਆ ਜਾਂਦਾ ਹੈ, ਤੇ ਇਹਦਾ ਜਿਹੜਾ ਪ੍ਰਧਾਨ ਬਣਦਾ ਹਮੇਸ਼ਾ ਇਹ ਕੌਣ ਬਣਦਾ ਹੁੰਦਾ ਹੈ ਜਾਂ ਚੇਅਰਮੈਨ ਬਣਦਾ ਹੈ? ਹਮੇਸ਼ਾ ਇਹ ਵਿਰੋਧੀ ਪਾਰਟੀ ਦਾ ਬਣਦਾ। ਜੇ ਮੰਨ ਲਓ ਕਾਂਗਰਸ ਦੀ ਸਰਕਾਰ ਹੈ ਤਾਂ ਬੀਜੇਪੀ ਦਾ ਬੰਦਾ ਬਣੂਗਾ, ਜੇ ਬੀਜੇਪੀ ਸਰਕਾਰ ਹੈ ਤਾਂ ਕਾਂਗਰਸ ਦਾ ਬੰਦਾ ਬਣਦਾ ਹੈ। ਹੁਣ ਐਟ ਪ੍ਰੈਜ਼ੈਂਟ ਬੀਜੇਪੀ ਸਰਕਾਰ ਹੈ ਤਾਂ ਫਿਰ ਕਾਂਗਰਸ ਦਾ ਬੰਦਾ ਉੱਥੇ ਅਧੀਰ ਰੰਜਨ ਚੌਧਰੀ, ਐਟ ਪ੍ਰੈਜ਼ੈਂਟ ਅਧੀਰ ਰੰਜਨ ਚੌਧਰੀ ਜਿਹੜਾ ਹੈ ਇਹ ਇਸ ਲੋਕ ਲੇਖਾ ਕਮੇਟੀ ਦਾ ਚੇਅਰਮੈਨ ਹੈ। 35 ਨੰਬਰ ਕੁਐਸਚਨ, ਭਾਰਤ ਵਿੱਚ ਸੰਸਦ ਦੀਆਂ ਵਿੱਤੀ ਕਮੇਟੀਆਂ ਹੇਠ ਲਿਖਿਆਂ ਵਿੱਚੋਂ ਕਿਹੜੀਆਂ ਹਨ? ਲੋਕ ਲੇਖਾ ਕਮੇਟੀ, ਅਨੁਮਾਨ ਕਮੇਟੀ, ਪਬਲਿਕ ਅੰਡਰਟੇਕਿੰਗ ਕਮੇਟੀ? ਤਾਂ ਦੇਖੋ ਜੀ ਇਹ ਤਿੰਨੇ ਦੀ ਤਿੰਨੇ ਕਮੇਟੀਆਂ ਜਿਹੜੀਆਂ ਨੇਗੀਆਂ ਇਹ ਕੀ ਨੇਗੀਆਂ? ਵਿੱਤੀ ਕਮੇਟੀਆਂ ਨੇ। ਤਾਂ ਇਹਦਾ ਆਨਸਰ ਆਊਗਾ ਜੀ 1, 2 ਐਂਡ 3। ਠੀਕ ਹੈ, 1, 2 ਐਂਡ 3। 36 ਨੰਬਰ ਕੁਐਸਚਨ, ਭਾਰਤੀ ਸੰਸਦ ਵਿੱਚ ਹੇਠ ਲਿਖਿਆਂ ਵਿੱਚ ਕੌਣ ਬਜਟ ਪੇਸ਼ ਕਰਦਾ ਹੈ? ਆਰਬੀਆਈ ਦਾ ਗਵਰਨਰ, ਬਜਟ ਮੰਤਰੀ, ਵਿੱਤ ਮੰਤਰੀ ਜਾਂ ਫਿਰ ਵਿੱਤ ਸਕੱਤਰ? ਤੇ ਇਹਦਾ ਆਨਸਰ ਆਊਗਾ ਜੀ ਵਿੱਤ ਮੰਤਰੀ, ਕਿਉਂਕਿ ਵਿੱਤ ਮੰਤਰੀ ਵੱਲੋਂ ਹੀ ਬਜਟ ਪੇਸ਼ ਕੀਤਾ ਜਾਂਦਾ ਤੇ ਭਾਰਤ ਦੀ ਵਿੱਤ ਮੰਤਰੀ ਐਟ ਪ੍ਰੈਜ਼ੈਂਟ ਹੈਗੀ ਨਿਰਮਲਾ ਸੀਤਾਰਮਨ। 37 ਨੰਬਰ, ਭਾਰਤ ਵਿੱਚ ਕਿਸ ਦੀ ਇਜਾਜ਼ਤ ਦੇ ਬਿਨਾਂ ਕੋਈ ਸਰਕਾਰੀ ਖਰਚ ਨਹੀਂ ਕੀਤਾ ਜਾ ਸਕਦਾ? ਸੰਸਦ, ਪ੍ਰਧਾਨ ਮੰਤਰੀ, ਰਾਸ਼ਟਰਪਤੀ ਜਾਂ ਫਿਰ ਸੁਪਰੀਮ ਕੋਰਟ? ਹੁਣ ਦੇਖੋ ਭਾਰਤ ਦੇ ਖਜ਼ਾਨੇ ਦੇ ਉੱਪਰ ਜਾਂ ਕਹਿ ਲਓ ਵੀ ਭਾਰਤ ਦੀ ਜਿਹੜੀ ਕੰਸੋਲੀਡੇਟਡ ਫੰਡ ਹੈ ਇਹਦੇ ਉੱਪਰ ਕਿਹਦਾ ਕੰਟਰੋਲ ਹੁੰਦਾ? ਭਾਰਤ ਦੀ ਸੰਸਦ ਦਾ। ਤਾਂ ਸੰਸਦ ਤੋਂ ਬਗੈਰ ਨਾ ਤਾਂ ਪੈਸਾ ਉਹਦੇ ਵਿੱਚ ਪਾਇਆ ਜਾ ਸਕਦਾ ਨਾ ਉਹਦੇ ਵਿੱਚੋਂ ਖਰਚ ਕੀਤਾ ਜਾ ਸਕਦਾ ਹੈ, ਤੇ ਇਹਦਾ ਆਨਸਰ ਆਊਗਾ ਜੀ ਸੰਸਦ ਫਸਟ। 38 ਨੰਬਰ ਕੁਐਸਚਨ ਦੇਖਦੇ ਹਾਂ, ਹੇਠ ਲਿਖਿਆਂ ਵਿੱਚੋਂ ਕਿਹੜਾ ਸੰਘ ਦੇ ਬਜਟ ਨਾਲ ਸੰਬੰਧਿਤ ਹੈ? ਮੁਲਤਵੀ, ਨਿੰਦਾ, ਕਟੌਤੀ ਪ੍ਰਸਤਾਵ ਜਾਂ ਫਿਰ ਇਹਨਾਂ ਵਿੱਚੋਂ ਕੋਈ ਨਹੀਂ? ਹੁਣ ਦੇਖੋ ਕੇਂਦਰ ਦੇ ਬਜਟ ਨਾਲ ਕੌਣ ਸੰਬੰਧਿਤ ਹੈ? ਇਹਦੇ ਵਿੱਚੋਂ ਕਟੌਤੀ ਪ੍ਰਸਤਾਵ। ਕਈ ਪ੍ਰਕਾਰ ਦੀਆਂ ਕਟੌਤੀਆਂ ਹੁੰਦੀਆਂ ਨੇ ਤਾਂ ਉਹਦੇ ਵਿੱਚੋਂ ਕਟੌਤੀ ਪੇਸ਼ਕਸ਼ ਜਾਂ ਕਟੌਤੀ ਪ੍ਰਸਤਾਵ ਵੀ ਇਹਦੇ ਵਿੱਚ ਹੁੰਦਾ ਹੈ। 39 ਨੰਬਰ ਕੁਐਸਚਨ, ਸੰਸਦ ਦੇ ਮੈਂਬਰਾਂ ਦੀ ਤਨਖਾਹ ਅਤੇ ਭੱਤੇ ਕੌਣ ਨਿਰਧਾਰਿਤ ਕਰਦਾ ਹੈ? ਰਾਸ਼ਟਰਪਤੀ, ਕੈਬਨਿਟ, ਸੰਸਦ ਜਾਂ ਫਿਰ ਵਿੱਤ ਮੰਤਰਾਲਾ? ਠੀਕ ਹੈ,
ਤਾਂ ਜਦੋਂ ਵੀ ਸੰਸਦ ਦੇ ਮੈਂਬਰਾਂ ਦੀ ਤਨਖਾਹ ਨੂੰ ਵਧਾਉਣਾ ਹੁੰਦਾ ਹੈ ਜਾਂ ਚੇਂਜਸ ਕਰਨੀਆਂ ਹੁੰਦੀਆਂ ਨੇ ਕੁਝ ਵੀ, ਤਾਂ ਉਹ ਫੈਸਲਾ ਕਰਦੀ ਹੈ ਸਾਡੀ ਪਾਰਲੀਮੈਂਟ, ਇੰਡੀਅਨ ਪਾਰਲੀਮੈਂਟ, ਸੰਸਦ ਰਾਸ਼ਟਰਪਤੀ, ਉਪ ਰਾਸ਼ਟਰਪਤੀ ਦੇ ਜਿੰਨੇ ਵੀ ਸੰਵਿਧਾਨਿਕ ਅਹੁਦਿਆਂ ਤੇ ਬੈਠੇ ਹੋਏ ਵਿਅਕਤੀ ਨੇ ਉਹਨਾਂ ਦੇ ਸਾਰਿਆਂ ਦੀ ਤਨਖਾਹ ਤੇ ਭੱਤੇ ਦਾ ਜਿਹੜਾ ਨਿਰਧਾਰਨ ਕਰਦੀ ਹੈ, ਕੰਮ ਕਰਦੀ ਸਾਡੀ ਉਹ ਸੰਸਦ ਕਰਦੀ ਹੈ। 40 ਨੰਬਰ ਕੁਐਸਚਨ ਦੇਖਦੇ ਹਾਂ, ਹੇਠ ਲਿਖਿਆਂ ਵਿੱਚੋਂ ਕੌਣ ਰਾਸ਼ਟਰਪਤੀ ਨੂੰ ਉਸ ਦੀ ਮਿਆਦ ਪੂਰੀ ਹੋਣ ਤੋਂ ਪਹਿਲਾਂ ਰਾਹ ਦੇਣ ਲਈ ਕਾਰਵਾਈ ਸ਼ੁਰੂ ਕਰ ਸਕਦਾ ਹੈ? ਠੀਕ ਹੈ ਜੀ, ਤਾਂ ਕੌਣ ਕਰ ਸਕਦਾ ਹੈ ਜੀ? ਇਹ ਕਰ ਸਕਦੀ ਸਾਡੀ ਲੋਕ ਸਭਾ। 41 ਨੰਬਰ ਕੁਐਸਚਨ ਦੇਖਦੇ ਹਾਂ, ਜਦੋਂ ਕਿਸੇ ਸੰਸਦ ਮੈਂਬਰ ਨੂੰ ਇਹ ਮਹਿਸੂਸ ਕੀਤਾ ਜਾਂਦਾ ਹੈ ਕਿ ਮੰਤਰੀ ਵੱਲੋਂ ਸਦਨ ਨੂੰ ਗਲਤ ਜਾਣਕਾਰੀ ਦਿੱਤੀ ਗਈ ਹੈ, ਤਾਂ ਮੈਂਬਰ ਉਹਨਾਂ ਵਿੱਚੋਂ ਕਿਹੜਾ ਪ੍ਰਸਤਾਵ ਪੇਸ਼ ਕਰੇਗਾ ਜਾਂ ਕਿਹੜਾ ਮਤਾ ਪੇਸ਼ ਕੀਤਾ ਜਾਵੇਗਾ? ਅਵਿਸ਼ਵਾਸ ਪ੍ਰਸਤਾਵ, ਨਿੰਦਾ ਪ੍ਰਸਤਾਵ, ਵਿਸ਼ੇਸ਼ਾਧਿਕਾਰ ਪ੍ਰਸਤਾਵ ਜਾਂ ਫਿਰ ਕਟੌਤੀ ਪ੍ਰਸਤਾਵ। ਹੁਣ ਜਦੋਂ ਵੀ ਕਦੇ ਮੰਤਰੀ ਵੱਲੋਂ ਕਿਸੇ ਵੀ ਸਦਨ ਦੇ ਮੈਂਬਰ ਨੂੰ ਗਲਤ ਜਾਣਕਾਰੀ ਦਿੱਤੀ ਜਾਂਦੀ ਹੈ, ਤਾਂ ਉਹਨੂੰ ਉਹਦਾ ਵਿਸ਼ੇਸ਼ ਅਧਿਕਾਰ ਜਿਹੜਾ ਉਹਨੂੰ ਮਿਲਿਆ ਹੋਇਆ ਵਿਸ਼ੇਸ਼ ਅਧਿਕਾਰ ਜਿਹੜੇ ਉਹਨੂੰ ਮਿਲੇ ਹੋਏ ਨੇ, ਕਿਸੇ ਮੈਂਬਰ ਨੂੰ ਮਿਲਦੇ ਨੇ ਜਿਹੜੇ, ਉਹਨੂੰ ਲੱਗਦਾ ਵੀ ਮੈਨੂੰ ਗਲਤ ਜਾਣਕਾਰੀ ਦੇ ਕੇ ਮੇਰੇ ਵਿਸ਼ੇਸ਼ ਅਧਿਕਾਰਾਂ ਨੂੰ ਖੰਡਿਤ ਕੀਤਾ ਗਿਆ ਜਾਂ ਮੇਰੇ ਵਿਸ਼ੇਸ਼ ਅਧਿਕਾਰਾਂ ਨੂੰ ਅਪਮਾਨਿਤ ਕੀਤਾ ਗਿਆ, ਤਾਂ ਉਹਦੇ ਖਿਲਾਫ ਕੀ ਲੈ ਕੇ ਆਉਂਦਾ? ਉਹ ਵਿਸ਼ੇਸ਼ ਅਧਿਕਾਰ ਪ੍ਰਸਤਾਵ ਲੈ ਕੇ ਆਉਂਦਾ ਹੈ। ਜੇ ਵਿਸ਼ੇਸ਼ ਅਧਿਕਾਰ ਪ੍ਰਸਤਾਵ ਪਾਸ ਹੋ ਜਾਂਦਾ ਤਾਂ ਫਿਰ ਹੋ ਸਕਦਾ ਵੀ ਮੰਤਰੀ ਨੂੰ ਅਸਤੀਫਾ ਦੇਣਾ ਪੈ ਜਾਏ ਇੱਥੇ। 42 ਨੰਬਰ ਕੁਐਸਚਨ, ਪਹਿਲੇ ਅਵਿਸ਼ਵਾਸ ਪ੍ਰਸਤਾਵ ਅਤੇ ਦੂਸਰੇ ਅਵਿਸ਼ਵਾਸ ਪ੍ਰਸਤਾਵ ਵਿਚਕਾਰ ਕਿੰਨਾ ਅੰਤਰ ਹੋਣਾ ਚਾਹੀਦਾ ਹੈ? ਨੋ ਕੌਨਫੀਡੈਂਸ ਮੋਸ਼ਨ ਨੂੰ ਬੋਲਦੇ ਹਾਂ ਅਸੀਂ। ਨੋ ਕੌਨਫੀਡੈਂਸ ਮੋਸ਼ਨ ਹਮੇਸ਼ਾ ਸਰਕਾਰ ਦੇ ਖਿਲਾਫ ਉਦੋਂ ਲਿਆਂਦਾ ਜਾਂਦਾ ਹੈ ਜਦੋਂ ਵਿਰੋਧੀ ਧਿਰ ਨੂੰ ਲੱਗਦਾ ਵੀ ਇਸ ਸਰਕਾਰ ਕੋਲ ਬਹੁਮਤ ਨਹੀਂ ਹੈਗਾ, ਤਾਂ ਉਸ ਟਾਈਮ ਅਵਿਸ਼ਵਾਸ ਪ੍ਰਸਤਾਵ ਲਿਆਂਦਾ ਹੈ। ਪਰ ਜੇ ਮੰਨ ਲਓ ਸਰਕਾਰ ਅਵਿਸ਼ਵਾਸ ਪ੍ਰਸਤਾਵ ਲਿਆਉਣ ਤੋਂ ਬਾਅਦ ਬਚ ਜਾਂਦੀ ਹੈ, ਠੀਕ ਹੈ, ਤਾਂ ਸਰਕਾਰ ਘੱਟੋ ਘੱਟ 6 ਮਹੀਨੇ ਤੱਕ ਚੱਲੇਗੀ। ਤੁਸੀਂ ਇਹ ਨਹੀਂ ਹੈਗਾ ਵੀ ਤੁਸੀਂ ਇੱਕ ਵਾਰ ਲਿਆਏ ਤੇ ਫਿਰ 2 ਮਹੀਨੇ ਬਾਅਦ ਫਿਰ ਲੈ ਕੇ ਆ ਗਏ, ਨਹੀਂ, ਇੱਕ ਵਾਰੀ ਅਵਿਸ਼ਵਾਸ ਪ੍ਰਸਤਾਵ ਫੇਲ ਹੋਣ ਤੋਂ ਬਾਅਦ ਤੁਸੀਂ ਉਹਨੂੰ ਦੁਬਾਰਾ 6 ਮਹੀਨੇ ਤੋਂ ਬਾਅਦ ਹੀ ਲਿਆ ਸਕਦੇ ਹੋ, ਤੇ ਇਹਦਾ ਆਨਸਰ ਆਊਗਾ ਜੀ 6 ਮਹੀਨੇ। 43 ਨੰਬਰ ਕੁਐਸਚਨ ਦੇਖਦੇ ਹਾਂ, ਕਿਹੜਾ ਅਨੁਛੇਦ ਸੰਸਦ ਨੂੰ ਰਾਜ ਸੂਚੀ ਦੇ ਵਿਸ਼ੇ ਦੇ ਕਾਨੂੰਨ ਬਣਾਉਣ ਦਾ ਅਧਿਕਾਰ ਦਿੰਦਾ ਹੈ? ਆਰਟੀਕਲ 115, 143, 221 ਜਾਂ ਫਿਰ 249? ਇਹਦਾ ਆਨਸਰ ਆਊਗਾ ਜੀ 249। 249 ਆਰਟੀਕਲ ਦੇ ਤਹਿਤ ਰਾਜ ਸਭਾ ਜਿਹੜੀ ਹੈ ਇਹ ਕਿਸੇ ਵੀ ਵਿਸ਼ੇ ਨੂੰ, ਰਾਜ ਸੂਚੀ ਦੇ ਵਿਸ਼ੇ ਨੂੰ, ਇਹਨੂੰ ਨੈਸ਼ਨਲ ਇੰਪੋਰਟੈਂਸ ਦਾ ਡਿਕਲੇਅਰ ਕਰ ਸਕਦੀ ਹੈ, ਰਾਸ਼ਟਰੀ ਮਹੱਤਵ ਦਾ ਐਲਾਨ ਕਰ ਸਕਦੀ ਹੈਗੀ। ਜਦੋਂ ਕੋਈ ਵਿਸ਼ਾ ਰਾਸ਼ਟਰੀ ਮਹੱਤਵ ਦਾ ਐਲਾਨ ਕਰਤਾ ਜਾਊਗਾ ਤਾਂ ਉਸ ਦੇ ਉੱਪਰ ਪਾਰਲੀਮੈਂਟ, ਸਾਡੀ ਸੰਸਦ ਜਿਹੜੀ ਹੈ ਉਹ ਕਾਨੂੰਨ ਬਣਾ ਸਕਦੀ ਹੈ। 44 ਨੰਬਰ ਕੁਐਸਚਨ, ਵਿਸ਼ਵ ਸੰਸਦੀ ਪ੍ਰਣਾਲੀ ਤੋਂ ਹੇਠ ਲਿਖਿਆਂ ਵਿੱਚੋਂ ਕਿਹੜੀ ਕਾਰਵਾਈ ਨਹੀਂ ਲਈ ਜਾਂਦੀ ਹੈ? ਤਾਂ ਪ੍ਰਸ਼ਨ ਕਾਲ, ਜ਼ੀਰੋ ਕਾਲ, ਸਹੁੰ, ਧੰਨਵਾਦ ਪ੍ਰਸਤਾਵ। ਹੁਣ ਦੇਖੋ ਜਿਹੜੀ ਸਾਡੀ ਸੰਸਦੀ ਪ੍ਰਣਾਲੀ ਹੈ ਇਹ ਕਿਹੜੇ ਦੇਸ਼ ਦੀ ਦੇਣ ਹੈ? ਇਹ ਹੈਗੀ ਇੰਗਲੈਂਡ ਦੀ ਦੇਣ ਹੈ ਇਹ। ਤੇ ਇੰਗਲੈਂਡ ਦੇ ਵਿੱਚੋਂ ਅਸੀਂ ਪ੍ਰਸ਼ਨ ਕਾਲ ਵੀ ਲਿਆ, ਅਸੀਂ ਸਹੁੰ ਦਾ ਸਟਰਕਚਰ ਵੀ ਲਿਆ, ਧੰਨਵਾਦ ਪ੍ਰਸਤਾਵ ਵੀ ਲਿਆ, ਪਰ ਜਿਹੜਾ ਜ਼ੀਰੋ ਕਾਲ ਹੈ ਇਹ ਭਾਰਤ ਦੀ ਦੇਣ ਹੈ, ਤਾਂ ਅਸੀਂ ਇਹ ਸੰਸਦੀ ਪ੍ਰਣਾਲੀ ਤੋਂ ਨਹੀਂ ਅਡਾਪਟ ਕੀਤਾ, ਇਹ ਅਸੀਂ ਆਪ ਤਿਆਰ ਕੀਤਾ ਹੈ। 45 ਨੰਬਰ ਕੁਐਸਚਨ, ਜੇਕਰ ਰਾਜ ਸੂਚੀ ਵਿੱਚੋਂ ਕਿਸੇ ਵੀ ਵਿਸ਼ੇ ਦੇ ਸੰਬੰਧ ਵਿੱਚ ਸੰਸਦ ਨੇ ਕਾਨੂੰਨ ਬਣਾਉਣਾ ਹੈ ਤਾਂ ਉਸ ਲਈ ਪ੍ਰਸਤਾਵ ਕਿੱਥੇ ਪੇਸ਼ ਕੀਤਾ ਜਾਵੇਗਾ? ਠੀਕ ਹੈ, ਇਹ ਗੱਲ ਕਰ ਚੁੱਕੇ ਆਪਾਂ ਆਰਟੀਕਲ ਨੰਬਰ 249 ਦੇ ਤਹਿਤ, ਠੀਕ ਹੈ, ਤਾਂ ਇਹਦਾ ਪ੍ਰਸਤਾਵ ਆਊਗਾ ਜੀ ਰਾਜ ਸਭਾ ਦੇ ਵਿੱਚ, ਰਾਜ ਸਭਾ ਲੈ ਕੇ ਆਉਂਦੀ ਹੈ ਇਹ। 46 ਨੰਬਰ ਕੁਐਸਚਨ ਦੇਖਦੇ ਹਾਂ, ਭਾਰਤੀ ਸੰਸਦ ਕਿਸੇ ਵੀ ਰਾਜ ਦੇ ਲਈ ਕੋਈ ਕਾਨੂੰਨ ਬਣਾਉਣ ਵਿੱਚ ਸਮਰੱਥ ਹੈ ਜੇਕਰ, ਠੀਕ ਹੈ, ਮਤਲਬ ਸੰਸਦ ਜਿਹੜੀ ਹੈ ਇਹ ਕਿਸੇ ਵੀ ਰਾਜ ਸੂਚੀ ਦੇ ਵਿਸ਼ੇ ਤੇ ਕਾਨੂੰਨ ਬਣਾ ਸਕਦੀ ਹੈ ਜੇਕਰ ਐਮਰਜੈਂਸੀ ਲਾਗੂ ਹੋਵੇ, ਆਰਟੀਕਲ 352 ਦੇ ਤਹਿਤ, ਦੇਸ਼ ਦੇ 2 ਜਾਂ 2 ਤੋਂ ਜ਼ਿਆਦਾ ਰਾਜ ਦੀ ਵਿਧਾਨ ਸਭਾਵਾਂ ਦੀ ਬੇਨਤੀ ਕਰਨ ਤੇ, ਠੀਕ ਹੈ, ਜਾਂ ਫਿਰ ਰਾਸ਼ਟਰਪਤੀ ਇਸ ਪ੍ਰਸਤਾਵ ਲਈ ਸੰਸਦ ਨੂੰ ਸੰਦੇਸ਼ ਭੇਜ ਦਿੰਦਾ 1 ਤੇ 2 ਦੋਨੋਂ। ਤਾਂ ਦੇਖੋ ਇਹਦਾ ਆਨਸਰ ਹੋਊਗਾ ਜੀ 4th, 1 ਅਤੇ 2 ਦੋਨੋਂ। ਆਰਟੀਕਲ 352 ਦੇ ਤਹਿਤ ਜੇ ਐਮਰਜੈਂਸੀ ਲੱਗੀ ਹੋਈ ਇੰਡੀਆ ਦੇ ਵਿੱਚ ਤਾਂ ਵੀ, ਤੇ ਜੇ 2 ਰਾਜ ਜਾਂ 2 ਰਾਜਾਂ ਦੀਆਂ ਵਿਧਾਨ ਸਭਾ, 2 ਤੋਂ ਜ਼ਿਆਦਾ ਰਾਜਾਂ ਦੀ ਵਿਧਾਨ ਸਭਾ ਇਹ ਕਹਿੰਦੇ ਨੇ ਸਾਡੇ ਵਾਸਤੇ ਕਾਨੂੰਨ ਬਣਾਉਣਾ ਚਾਹੀਦਾ, ਤਾਂ ਫਿਰ ਉੱਥੇ ਰਾਸ਼ਟਰਪਤੀ ਸੰਸਦ ਜਿਹੜੀ ਹੈ ਕਿਸੇ ਵੀ ਰਾਜ ਸੂਚੀ ਦੇ ਵਿਸ਼ੇ ਤੇ ਕੀ ਕਰ ਸਕਦੀ ਹੈ? ਕਾਨੂੰਨ ਬਣਾ ਸਕਦੀ ਹੈ। 47 ਨੰਬਰ ਕੁਐਸਚਨ ਦੇਖਦੇ ਹਾਂ, ਸੰਸਦ ਮੈਂਬਰ ਨੂੰ ਉਸਦੀ ਮੈਂਬਰਸ਼ਿਪ ਤੋਂ ਮੁਅੱਤਲ ਕਰ ਦਿੱਤਾ ਜਾਏਗਾ ਜੇਕਰ ਉਹ ਸਦਨ ਦੇ ਵਿੱਚ ਕਿੰਨੇ ਦਿਨ ਲਗਾਤਾਰ ਗੈਰ ਹਾਜ਼ਰ ਰਹਿੰਦਾ ਹੈ? 45 ਦਿਨ, 60 ਦਿਨ, 90 ਦਿਨ ਤੇ 365 ਦਿਨ। ਤੇ ਇਹਦਾ ਆਨਸਰ ਆਊਗਾ ਜੀ 60 ਦਿਨ। ਜੇਕਰ ਕੋਈ ਮੈਂਬਰ ਲਗਾਤਾਰ 60 ਦਿਨ ਜਾਂ 2 ਮਹੀਨੇ ਸੰਸਦ ਦੀ ਕਾਰਵਾਈ 'ਚ ਭਾਗ ਨਹੀਂ ਲੈਂਦਾ ਹੈਗਾ ਤਾਂ ਉਸਨੂੰ ਉਸਦੀ ਮੈਂਬਰਸ਼ਿਪ ਤੋਂ ਮੁਅੱਤਲ ਕਰ ਦਿੱਤਾ ਜਾਂਦਾ ਹੈ। 48 ਨੰਬਰ, ਗੈਰ ਧਨ ਬਿੱਲਾਂ ਤੇ ਸੰਸਦ ਦੇ ਹਰ ਸਦਨ ਵਿੱਚ ਕਿੰਨੇ ਵਾਚਨ ਹੁੰਦੇ ਹਨ, ਕਿੰਨੇ ਸੈਸ਼ਨ ਹੁੰਦੇ ਹਨ? ਤਾਂ 2, 3, 4 ਤੇ 1। ਤੇ ਇਹਦਾ ਆਨਸਰ ਆਊਗਾ ਜੀ 3। ਜਦੋਂ ਵੀ ਕੋਈ ਸਧਾਰਨ ਬਿੱਲ ਆਉਂਦਾ ਜਾਂ ਗੈਰ ਧਨ ਬਿੱਲ ਆਉਂਦਾ ਹੈ ਤਾਂ ਉਹ 3 ਪੜਾਅ ਦੇ ਵਿੱਚੋਂ ਲੰਘ ਕੇ ਆਉਂਦਾ ਹੁੰਦਾ ਹੈ। ਇਸੇ ਤਰ੍ਹਾਂ ਦੂਸਰੇ ਸਦਨ ਦੇ ਵਿੱਚ ਵੀ 3 ਪੜਾਅ ਹੁੰਦੇ ਨੇ। 3 ਪੜਾਅ ਦੇ ਵਿੱਚੋਂ ਲੰਘਣ ਤੋਂ ਬਾਅਦ ਉਹ ਰਾਸ਼ਟਰਪਤੀ ਕੋਲ ਜਾਂਦਾ, ਰਾਸ਼ਟਰਪਤੀ ਉਹ ਸਾਈਨ ਕਰਦੇ ਨੇ ਤੇ ਉਹ ਜਿਹੜਾ ਬਿੱਲ ਹੈ ਕੀ ਬਣ ਜਾਂਦਾ ਹੈ? ਕਾਨੂੰਨ ਬਣ ਜਾਂਦਾ ਹੈ। 49 ਨੰਬਰ ਕੁਐਸਚਨ ਦੇਖਦੇ ਹਾਂ, ਭਾਰਤ ਦੀ ਸੰਸਦ ਦੇ ਸੰਬੰਧ ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਨਹੀਂ ਹੈ? ਸੰਵਿਧਾਨ ਵਿੱਚ ਇੱਕ ਸੰਸਦੀ ਪ੍ਰਣਾਲੀ ਦੀ ਸਰਕਾਰ ਦੀ ਵਿਵਸਥਾ ਹੈ, ਹੈਗੀ ਬਿਲਕੁਲ ਹੈ, ਠੀਕ ਹੈ। ਸੰਸਦ ਦਾ ਮੁੱਖ ਕੰਮ ਚੁਣੇ ਗਏ ਮੰਤਰੀ ਮੰਡਲ ਦਾ ਪ੍ਰਬੰਧ ਕਰਨਾ ਹੈ, ਹਾਂ, ਜਿਹੜਾ ਮੰਤਰੀ ਮੰਡਲ ਚੁਣਿਆ ਜਾਂਦਾ ਵੀ ਉਹ ਸਾਡੇ ਸੰਸਦ ਦੇ ਵਿੱਚੋਂ ਚੁਣਿਆ ਜਾਊਗਾ।
ਮੰਤਰੀ ਮੰਡਲ ਦੀ ਮੈਂਬਰਸ਼ਿਪ ਹੇਠਲੇ ਸਦਨ ਤੱਕ ਸੀਮਤ ਹੈ। ਇਹ ਮੈਨੂੰ ਲੱਗ ਰਿਹਾ ਡਾਊਟ ਥੋੜਾ ਜਿਹਾ, ਇਹਨੂੰ ਅਸੀਂ ਡਾਊਟ ਲਾ ਲੈਂਦੇ ਹਾਂ। ਮੰਤਰੀ ਮੰਡਲ ਨੂੰ ਹਰਮਨ ਪਿਆਰੇ ਸਦਨ ਵਿੱਚ ਬਹੁਮਤ ਦਾ ਭਰੋਸਾ ਪ੍ਰਾਪਤ ਹੋਣਾ ਚਾਹੀਦਾ ਹੈ। ਠੀਕ ਹੈ ਜੀ। ਹੁਣ ਹਰਮਨ ਪਿਆਰਾ ਸਦਨ ਕਿਹੜਾ ਹੈਗਾ? ਤਾਂ ਲੋਕ ਸਭਾ ਹੈ। ਤਾਂ ਜਦੋਂ ਲੋਕ ਸਭਾ ਦੇ ਵਿੱਚ ਮੰਤਰੀ ਮੰਡਲ ਨੂੰ ਬਹੁਮਤ ਹੋਊਗਾ ਜਾਂ ਮੰਤਰੀ ਪਰਿਸ਼ਦ ਨੂੰ ਬਹੁਮਤ ਹੋਊਗਾ ਤਾਂ ਹੀ ਕੋਈ ਮੰਤਰੀ ਮੰਡਲ ਬਣ ਸਕਦਾ, ਅਦਰਵਾਈਜ਼ ਨਹੀਂ ਬਣ ਸਕਦਾ। ਤਾਂ ਇਹ ਵੀ ਸਹੀ ਹੈ ਬਈ। ਠੀਕ ਹੈ। ਤਾਂ ਗਲਤ ਕੀ ਹੈ ਇੱਥੇ? ਗਲਤ ਹੈ ਜੀ 3rd ਨੰਬਰ, ਮੰਤਰੀ ਮੰਡਲ ਦੀ ਮੈਂਬਰਸ਼ਿਪ ਸਿਰਫ ਹੇਠਲੇ ਸਦਨ ਤੱਕ ਸੀਮਤ ਹੈ। ਨਹੀਂ, ਲੋਕ ਸਭਾ ਦੇ ਵਿਅਕਤੀ ਵੀ ਬਣ ਸਕਦੇ ਨੇ ਤੇ ਰਾਜ ਸਭਾ ਦੇ ਜਿਹੜੇ ਮੈਂਬਰ ਨੇ ਉਹ ਵੀ ਸੰਸਦ ਦੇ ਮੈਂਬਰ, ਮੰਤਰੀ ਮੰਡਲ ਦੇ ਮੈਂਬਰ ਜਾਂ ਮੰਤਰੀ ਪਰਿਸ਼ਦ ਦੇ ਮੈਂਬਰ ਬਣ ਸਕਦੇ ਆ। 50 ਨੰਬਰ ਕੁਐਸਚਨ ਦੇਖਦੇ ਹਾਂ, ਲਾਸਟ ਕੁਐਸਚਨ ਦੇਖਦੇ ਹਾਂ। ਹੇਠਾਂ 2 ਵਿਕਲਪ ਦਿੱਤੇ ਗਏ ਹਨ, ਇੱਕ ਨੂੰ ਕਥਨ ਅਤੇ ਦੂਸਰੇ ਨੂੰ ਕਾਰਨ ਕਿਹਾ ਗਿਆ ਹੈ। ਰਾਸ਼ਟਰਪਤੀ ਸੰਸਦ ਦਾ ਇੱਕ ਅੰਗ ਹੈ। ਬਿਲਕੁਲ ਸਹੀ ਹੈ, ਰਾਸ਼ਟਰਪਤੀ ਸਾਡੀ ਸੰਸਦ ਦਾ ਇੱਕ ਅੰਗ ਹੈ। ਸੰਸਦ ਦੇ ਦੋਵਾਂ ਸਦਨਾਂ ਦੁਆਰਾ ਪੇਸ਼ ਬਿੱਲ ਰਾਸ਼ਟਰਪਤੀ ਦੀ ਇਜਾਜ਼ਤ ਦੇ ਬਿਨਾਂ ਕਾਨੂੰਨ ਨਹੀਂ ਬਣ ਸਕਦਾ ਹੈਗਾ। ਠੀਕ ਹੈ ਜੀ, ਬਿਲਕੁਲ ਸਹੀ ਹੈ ਵੀ ਇਹ ਵੀ ਗੱਲ। ਹੁਣ ਆਪਾਂ ਇਹ ਦੇਖਦੇ ਹਾਂ ਵੀ ਕੀ ਇਹਦਾ ਕਾਰਨ ਹੈ, ਇੱਕ ਕਥਨ ਹੈ ਤੇ ਦੂਜਾ ਕਾਰਨ ਇਹਦਾ। ਠੀਕ ਹੈ। ਹੁਣ ਸੰਸਦ ਦੇ ਦੋਵਾਂ ਸਦਨਾਂ ਦੁਆਰਾ ਪੇਸ਼ ਬਿੱਲ ਰਾਸ਼ਟਰਪਤੀ ਦੀ ਇਜਾਜ਼ਤ ਦੇ ਬਗੈਰ ਕਾਨੂੰਨ ਨਹੀਂ ਬਣ ਸਕਦਾ। ਠੀਕ ਹੈ। ਤਾਂ ਇਹਦਾ ਆਨਸਰ ਆਊਗਾ ਜੀ ਫਸਟ, ਦੋਨੇ ਕਥਨ ਸਹੀ ਹਨ, 2 ਇੱਕ ਦਾ ਸਹੀ ਸਪਸ਼ਟੀਕਰਨ ਹੈ। ਇਹਦਾ ਮਤਲਬ ਕੀ ਹੋਇਆ? ਇਹਦਾ ਮਤਲਬ ਇਹ ਹੋਇਆ ਵੀ ਸਾਡੀ ਸੰਸਦ ਦਾ ਇੱਕ ਮਹੱਤਵਪੂਰਨ ਅੰਗ ਰਾਸ਼ਟਰਪਤੀ ਹੈ, ਇਸੇ ਕਰਕੇ ਸੰਸਦ ਦੇ ਦੋਵਾਂ ਸਦਨਾਂ ਦੁਆਰਾ ਪੇਸ਼ ਬਿੱਲ ਰਾਸ਼ਟਰਪਤੀ ਦੀ ਇਜਾਜ਼ਤ ਦੇ ਬਗੈਰ ਕਾਨੂੰਨ ਨਹੀਂ ਬਣ ਸਕਦੇ ਹੈਗੇ। ਠੀਕ ਹੈ ਜੀ। ਤਾਂ ਇਹਦਾ ਆਨਸਰ ਬਣਨਾ ਸੀ ਇਹ। ਬਹੁਤ ਬਹੁਤ ਧੰਨਵਾਦ ਤੁਹਾਡਾ। ਠੀਕ ਹੈ। ਪਲੀਜ਼ ਇਸ ਵੀਡੀਓ ਨੂੰ ਲਾਈਕ ਕਰਿਓ ਜੇ ਤੁਹਾਨੂੰ ਪਸੰਦ ਆਉਂਦੀ ਹੈ, ਸ਼ੇਅਰ ਕਰਿਓ, ਤੇ ਜੇ ਸਾਡੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਹੈਗਾ, ਛੋਟੀ ਜਿਹੀ ਗੱਲ ਹੈ ਇੱਕ। ਠੀਕ ਹੈ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਠੀਕ ਹੈ। ਤੇ ਵੱਧ ਤੋਂ ਵੱਧ ਲੋਕਾਂ ਤੱਕ ਇਸ ਵੀਡੀਓ ਨੂੰ ਪਹੁੰਚਾਓ ਤਾਂ ਕਿ ਕਿਸੇ ਵੀ ਵਿਅਕਤੀ ਨੂੰ ਇਹਦਾ ਫਾਇਦਾ ਮਿਲ ਸਕਦਾ ਹੈਗਾ। 1-2 ਨੰਬਰਾਂ ਦੇ ਉੱਪਰ ਹੀ ਕਿਸੇ ਵਿਅਕਤੀ ਨੂੰ ਜੇ ਫਾਇਦਾ ਮਿਲ ਜਾਂਦਾ ਹੈ ਤਾਂ ਤੁਹਾਨੂੰ ਬਹੁਤ ਆਸ਼ੀਸ਼ਾਂ ਦੇਊਗਾ, ਬਹੁਤ ਆਸ਼ੀਰਵਾਦ ਦੇਊਗਾ। ਠੀਕ ਹੈ ਨਾ। ਤੁਹਾਡਾ ਅਹਿਸਾਨ ਨਹੀਂ ਭੁੱਲ ਸਕਦਾ ਹੈਗਾ ਵੀ ਤੁਸੀਂ ਸਾਨੂੰ ਵੀਡੀਓ ਸ਼ੇਅਰ ਕੀਤੀ ਸੀਗੀ। ਤੇ ਜੇ ਤੁਹਾਨੂੰ ਲੱਗਦਾ ਵੀ ਇਹਦੇ ਵਿੱਚ ਕੋਈ ਵੀਡੀਓ ਦੇ ਵਿੱਚ ਕੋਈ ਡਾਊਟ ਹੈਗਾ, ਠੀਕ ਹੈ, ਤਾਂ ਪਲੀਜ਼ ਸਾਨੂੰ ਦੱਸਿਓ, ਉਹ ਅਸੀਂ ਉਸ ਨੂੰ ਸੁਧਾਰਨ ਦੀ ਕੋਸ਼ਿਸ਼ ਕਰਾਂਗੇ। ਤੇ ਮਿਲਦੇ ਹਾਂ ਫਿਰ ਇੱਕ ਨਵੀਂ ਵੀਡੀਓ ਦੇ ਨਾਲ। ਤਦ ਤੱਕ ਲਈ ਬਾਏ, ਥੈਂਕ ਯੂ।